ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਜੁੜ ਮਿਲ ਬੈਠੇ ਸਤਸੰਗੀ ਜਨੋ, ਆਓ ਫਤਿਹ ਨਾਲ ਸਾਂਝ ਪਾਈਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਫਤਿਹ ਪ੍ਰਵਾਨ ਕਰੋ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਤਿਕਾਰਯੋਗ ਵੀਰ ਜੀਓ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਜੋ ਸੰਜੋਗ ਤੇ ਵਿਜੋਗ ਦੋ ਕਰਮਾਂ ਦੀ ਗੱਲ ਕੀਤੀ, ਸਾਂਝ ਪਾਈ ਹੈ। ਮੇਰਾ ਵੀ ਚਿੱਤ ਕਰਦਾ ਹੈ ਕਿ ਮੈਂ ਵੀ ਬਾਬਾ ਨਾਨਕ ਜੀ ਦੀ ਬਾਣੀ ਜਪਜੀ ਸਾਹਿਬ ਵਿੱਚੋਂ ਹੀ ਜੋ ਉਹਨਾਂ ਨੇ ਦੋ ਹਿੱਸਿਆਂ ਦੇ ਵਿੱਚ ਵੰਡ ਕੀਤੀ ਹੈ, ਉਹਨੂੰ ਅੱਜ ਸਮਝ ਸਕੀਏ, ਤਾਂ ਕਿ ਸਾਨੂੰ ਆਪਣਾ ਜੀਵਨ ਮਨੋਰਥ ਵੀ ਸਮਝ ਆ ਸਕੇ। ਸਤਿਗੁਰੂ ਜੀ ਕਹਿਣ ਲੱਗੇ ਵੀ ਦੋ ਪ੍ਰਕਾਰ ਦੇ ਲੋਕ ਨੇ ਇਸ ਸੰਸਾਰ ਦੇ ਵਿੱਚ। ਸਤਿਗੁਰੂ ਜੀ ਨੇ ਵੰਡ ਕੀਤੀ ਹੈ। ਇੱਕ ਉਹ ਜਿਨ੍ਹਾਂ ਨੂੰ ਇਹ ਜੀਵਨ ਮਿਲਿਆ, ਜੀਵਨ ਪ੍ਰਾਪਤ ਕਰਕੇ ਉਹਨਾਂ ਦੇ ਅੰਦਰ ਇਹ ਚਾਅ ਪੈਦਾ ਹੋਇਆ ਕਿ ਮੈਂ ਰੱਬ ਜੀ ਨਾਲ ਜੁੜਨਾ ਹੈ, ਮੈਂ ਗੁਰੂ ਜੀ ਦੀ ਗੱਲ ਨੂੰ ਮੰਨਣਾ ਹੈ। ਇਸ ਕਰਕੇ ਉਹ ਧਰਮ ਦੇ ਰਾਹ ਤੇ ਤੁਰੇ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ। ਅਣਗਿਣਤ ਐਸੇ ਨੇ ਜਿਨ੍ਹਾਂ ਨੇ ਧਰਮ ਦੇ ਰਸਤੇ ਨੂੰ ਚੁਣਿਆ ਤੇ ਆਪਣੇ ਆਪਣੇ ਹਿਸਾਬ ਨਾਲ ਜਿਵੇਂ ਉਹਨਾਂ ਨੂੰ ਸਮਝ ਆ ਰਹੀ ਹੈ, ਕੋਈ ਜਪ ਕਰ ਰਿਹਾ ਹੈ, ਕੋਈ ਤਪ ਕਰ ਰਿਹਾ ਹੈ, ਕੋਈ ਪ੍ਰੇਮ ਦਾ ਵਰਤਾਵਾ ਕਰ ਰਿਹਾ ਹੈ। ਤੇ ਦੂਸਰੇ ਹਿੱਸੇ ਵਿੱਚ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮਖੋਰ। ਵੀ ਅਣਗਿਣਤ ਐਸੇ ਨੇ ਜਿਹੜੇ ਮੂਰਖਾਂ ਵਾਂਗੂ ਇੱਥੇ ਰਹਿ ਰਹੇ ਨੇ, ਚੋਰਾਂ ਵਾਂਗੂ ਰਹਿ ਰਹੇ ਨੇ। ਹੁਣ ਸਾਡਾ ਇੱਕ ਫਰਜ਼ ਬਣਦਾ ਹੈ, ਸੱਚੇ ਪਾਤਸ਼ਾਹ ਤੁਸੀਂ ਦੋ ਹਿੱਸਿਆਂ ਵਿੱਚ ਵੰਡ ਕਰ ਦਿੱਤੀ। ਹੁਣ ਅਸੀਂ ਇਹ ਸੋਚੀਏ ਵੀ ਮੇਰਾ ਨਾਮ ਕਿਹਦੇ ਵਿੱਚ ਹੈ? ਮੇਰੀ ਗਿਣਤੀ ਅਸੰਖ ਜਪ ਵਾਲਿਆਂ ਵਿੱਚ ਹੈ ਕਿ ਮੇਰੀ ਗਿਣਤੀ ਅਸੰਖ ਮੂਰਖ ਵਾਲਿਆਂ ਵਿੱਚ ਹੈ? ਹੁਣ ਮੇਰੇ ਵਰਗਾ ਬੰਦਾ ਸੋਚਦਾ ਹੈ ਵੀ ਜੇ ਜਪ ਦੀ ਗੱਲ ਹੈ ਵੀ ਚਲੋ ਆਪਾਂ ਸਵੇਰੇ ਉੱਠ ਕੇ ਬਾਣੀ ਪੜ੍ਹਦੇ ਹਾਂ, ਅਸੀਂ ਗੁਰਦੁਆਰਾ ਸਾਹਿਬ ਵੀ ਚਲੇ ਜਾਂਦੇ ਹਾਂ, ਵੀ ਲੱਗਦਾ ਹੈ ਵੀ ਮੇਰਾ ਨੰਬਰ ਨਾ ਅਸੰਖ ਜਪ ਦੇ ਵਿੱਚ ਹੋਏਗਾ। ਅਸੀਂ ਵੀ ਆਪਣੇ ਆਪਣੇ ਮੁਤਾਬਕ ਮੱਥਾ ਟੇਕਦੇ ਹਾਂ, ਮਾਇਆ ਅਰਪਣ ਕਰਦੇ ਹਾਂ, ਪਰਿਕਰਮਾ ਕਰਦੇ ਹਾਂ, ਅਸੀਂ ਵੀ ਪੂਜਾ ਕਰਦੇ ਹਾਂ, ਠੀਕ ਹੈ। ਬਾਕੀ ਕਿਸੇ ਢੰਗ ਨਾਲ ਕਰਦੇ ਹੋਣ, ਜਿਵੇਂ ਮੇਰੇ ਮਾਲਕ ਜੀ ਨੇ ਸਾਨੂੰ ਸਮਝਾਇਆ ਅਸੀਂ ਵੀ ਤੇ ਕਰਦੇ ਹਾਂ, ਵੀ ਸ਼ਾਇਦ ਇਹਦੇ ਵਿੱਚ ਵੀ ਮੇਰਾ ਨੰਬਰ ਆ ਸਕਦਾ ਹੈ। ਤੇ ਸਾਡੇ ਵਰਗੀ ਸ਼੍ਰੇਣੀ ਤੇ ਸੋਚ ਸਕਦੀ ਹੈ ਨਾ ਵੀ ਸਾਡਾ ਤੇ ਕੰਮ ਇਹਦੇ ਨਾਲ ਜੁੜਿਆ, ਇਸ ਕਰਕੇ ਅਸੀਂ ਤੇ ਪਿਆਰ ਨਾਲ ਹੀ ਬੋਲਣਾ। ਸਟੇਜ ਉੱਤੇ ਬੋਲਾਂਗੇ ਤਾਂ ਪਿਆਰ ਦੀ ਗੱਲ ਕਰਾਂਗੇ, ਆਪਸ ਵਿੱਚ ਮਿਲਾਂਗੇ ਤਾਂ ਪਿਆਰ ਦੇ ਨਾਲ ਮਿਲਾਂਗੇ। ਲੱਗਦਾ ਹੈ ਭਾਉ ਵਾਲਿਆਂ ਵਿੱਚ ਵੀ ਸਾਡੀ ਗਿਣਤੀ ਹੋ ਸਕਦੀ ਹੈ ਤੇ ਮਨ ਬੜਾ ਖੁਸ਼ ਹੋ ਜਾਂਦਾ ਹੈ ਵੀ ਤੇਰੇ ਨੰਬਰ ਆ ਰਹੇ ਜ਼ਿਆਦਾ।
फिर दूजे पक्ष विच सोचते हैं भी असंख मूर्ख, ते मन कहना ना ना ये थोड़ी ना तू है, तेन तो ज्ञानी ही कहते। ते जे कोई पढ़ाई लिखाई कर गया, ਉਹਦੇ ਨਾਲ डॉक्टर साहब जुड़ गया, वकील साहब जुड़ गया, इंजीनियर जुड़ गया, मास्टर जी जुड़ गया, वो सरपंच हो गया किसी कारण करके, वो बंदा थोड़ा सोचेगा मैं मूर्ख है। मन कहता नहीं नहीं मैं मूर्ख नहीं, मेरे कोल ते लोग सलाह लैण वास्ते आउंदे ने, मेरा तो दिमाग बहुत है, मैं ते अपने दिमाग दे नाल 100 रुपए 1 लाख बना लिया, मैं मूर्ख नहीं हैगा, मैं चोर भी नहीं हैगा। ते इस मान दे नाल कि मेरी गिणती असंख जप वाली पौड़ी विच हो रही है, पर असंख मूर्ख वाली पौड़ी विच नहीं हो रही। ते जदों पावन बटन सामने आए, असंख ग्रंथ मुख वेद पाठ भी अणगिणती ऐसे ने जो अपने मुख तो ग्रंथां दा वेदां दा पाठ कर रहे ने, ते मन बड़ा खुश हुंदा, लै भी इहदे विच तेरा नंबर पक्का है। सहज पाठ तेरे कोल कराउंदे ने, अखंड पाठ साहब की सेवा भी तू करदा है, भावें तेरा कारज जुड़िया होया इहदे नाल, भी तेरी गिणती इहदे विच आएगी जरूर। ते मन इस मान दे नाल कि मैं असंख जप वाली पौड़ी विच एक बारी फिर हाजरी लगा ली, असंख ग्रंथ मुख वेद पाठ ते पाठ करन लगे, ते सतगुर जी आ गए समझाउण वास्ते। सतगुर जी कहण लगे, भलिया तू आप ही पढ़ के ते आप ही फैसला करी जाना, तू मेरे को पुछ लै। सच्चे पातशाह तुसीं दसदे हो, मैं ते मूर्ख है नहीं, मैं ते फैसला कर लिया, मैं ते पढ़िया लिखिया। हजूर कहण लगे तू बाणी पढ़ चंगे ढंग दे नाल, इस बाणी दे विच ही जवाब हैगा इसदा। सच्चे पातशाह तुसीं किरपा करदे हो, तुसीं समझादे हो, ते मेरे मालिक रहमत करन लगे, कहण लगे आ तैनूं मैं दसां, पहली गल ते तेरी पढ़ाई दी गल ही मैं कर लवां। हजूर कहण लगे पढ़िया मूर्ख आखीए, जे खाली पढ़िया ही है ना तू, तेरे कोल डिग्रियां है, तेरे कोल कागज ने, ते ओनू ते सजना मैं मूर्ख ही किया। क्यों? क्योंकि मैं डिग्रियां करके किस नूं सियाणा नहीं सी किया, मैं ते ओदे अंदर दे जीवन नूं वेख के सियाणा कहण लगा। बेशक ओह पढ़िया लिखिया होवे पर विच की होवे, पढ़िया मूर्ख आखीए जिस लभ लोभ अहंकारा। हुण आ देख, तेरे अंदर लभ हैगा, तेरे अंदर लोभ हैगा, तेरे अंदर अहंकार हैगा, पढ़ लिख के सियाणा ही बनना सी ना। हुण कोई सियाणा बंदा गंदगी इकट्ठी कर सकदा? सियाणे बंदे ते अपने घर की गंदगी साफ करके बाहर करते ने घर तो। ते इस घर दे विच लभ भी होवे, लोभ भी होवे, अहंकार भी होवे, काम भी होवे, क्रोध भी होवे, भुलिया मैं तैनूं सियाणा किवें कह सकदा? हुण जदों मैं संसार नूं देखदा, पढ़ लिख ते गया एक डॉक्टर, पर तुसीं कदे सोचिओ भी जिहड़ी किडनियां वेचण दी गल आउंदी है, ये कोई रिक्शा चलाउण वाला वेच सकदा है? ये तो इहो जिहे पढ़े लिखे काम करदे हैं ना। कारण की? लोभ है, ताकि किसी ढंग दे नाल पैसे वध आ जाण, भावें एक दा हिस्सा कढ के शरीर दा दूजे नूं वेच दी और पता भी ना लगण दईए। है ते वकील है ना, चंगा वकील ते तां हुंदा जे मसले सुलझाउंदा, पर यह ते मसले उलझा के बह गया। क्यों? क्योंकि जिन्ना उलझावांगा उन्ने पैसे मेरे को आउणगे। हजूर कहण लगे ना भलिया, मैं इहो जे पढ़िया दी गल नहीं कीती, मैं ते अंदर वेखना, भावें उह स्कूल गया ही ना होवे, पर जे उहदे अंदर लोभ नहीं है, अहंकार नहीं है, मैं उहनूं सियाणा कहना। पर बेशक वो पढ़िया लिखिया होवे, पर जे जीवन विच है मैं उहनूं मूर्ख कहना। हुण तू सोच भी तू मूर्ख है कि नहीं। हुण मेरे वर्गा बंदा भी सोचदा भी मैं भी ते उत्थे ही जाना है जिथे भेटा वध मिले। लोग तो हैगा पे मेरे वर्गे नूं भी ते तकलीफ हो जाती है ना, जे कथा दूसरा बंदा कर गया, ओहदी कथा विच 2-4 जकारे वध छड्डे गए, ते मन कहंदा भी ओहदे नंबर ज्यादा बन गए। अहंकार नूं सट वजदी है। जे ज्ञान कोई चाह पानी ना पुछे
ਤੇ ਅੰਦਰਲਾ ਗਿਆਨੀ ਤੜਪ ਉੱਠਦਾ ਹੈ ਮੈਂ ਏਡਾ ਵੱਡਾ ਕਥਾਵਾਚਕ ਮੈਨੂੰ ਪੁੱਛੇ ਨਹੀਂ ਕਿ ਹਜ਼ੂਰ ਕਹਿੰਦੇ ਮੈਂ ਉਹਨੂੰ ਮੂਰਖ ਕਹਿੰਦਾ। ਮੇਰੀ ਨਜ਼ਰ ਵਿੱਚ ਉਹ ਮੂਰਖ ਹੈ। ਜੀਵਨ ਮਿਲਿਆ ਪਰ ਇਹੋ ਜਿਹੇ ਮੂਰਖ ਬਣਨ ਵਾਸਤੇ ਨਹੀਂ ਮਿਲਿਆ। ਮੇਰੇ ਮਾਲਕ ਕਹਿਣ ਲੱਗੇ ਆ ਮੈਂ ਤੈਨੂੰ ਦੱਸਾਂ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਮਨ ਨੀਵੀਂ ਕਰਕੇ ਬਹਿ ਜਾਣਾ ਵੀ ਗੱਲ ਤਾਂ ਸਾਡੀ ਚੱਲ ਰਹੀ ਹੈ। ਹਜ਼ੂਰ ਕਹਿਣ ਲੱਗੇ ਹੋਰ ਸਮਝ ਲੈ, ਕਿਉਂਕਿ ਮਨ ਬੜਾ ਚਲਾਕ ਹੈ, ਸਮਝਦਾ ਨਹੀਂ। ਸਤਿਗੁਰ ਕਹਿਣ ਲੱਗੇ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ, ਜੇ ਮੰਨੇ ਨਾਹੀ ਨਾਉ। ਉਹ ਪਰਲੇ ਦਰਜੇ ਦਾ ਮੂਰਖ ਹੈ ਜਿਹੜਾ ਨਾਮ ਮੰਨਦਾ ਹੀ ਨਹੀਂ। ਬੜਾ ਧਿਆਨ ਦੇਣਾ। ਉਹ ਮੂਰਖਾਂ ਦਾ ਵੀ ਮੂਰਖ ਹੈ, ਮੂਰਖਾਂ ਦਾ ਸਰਦਾਰ ਹੈ ਉਹ, ਜਿਹੜਾ ਨਾਮ ਸੁਣ ਤੇ ਲੈਂਦਾ ਹੈ ਪਰ ਮੰਨਦਾ ਨਹੀਂ। ਹੁਣ ਅੰਦਰ ਤੜਪ ਉੱਠਦਾ ਹੈ, ਪਤਾ ਤਾਂ ਸਾਨੂੰ ਬਹੁਤ ਕੁਝ ਹੈ। ਅੰਮ੍ਰਿਤ ਪਾਨ ਕਰਨਾ ਚਾਹੀਦਾ ਹੈ, ਹਾਂਜੀ। ਨਿਤਨੇਮ ਕਰਨਾ ਚਾਹੀਦਾ ਹੈ, ਹਾਂਜੀ। ਸਹਿਜ ਪਾਠ ਕਰਨਾ ਚਾਹੀਦਾ ਹੈ, ਹਾਂਜੀ। ਸਾਨੂੰ ਸੱਚ ਬੋਲਣਾ ਚਾਹੀਦਾ ਹੈ, ਹਾਂਜੀ। ਪਤਾ ਤਾਂ ਸਭ ਕੁਝ ਹੈ ਪਰ ਮੰਨਦਾ ਕੌਣ ਹੈ? ਹੁਣ ਜੇ ਤਾਂ ਮੰਨਾਂਗੇ ਫਿਰ ਤੇ ਸਿਆਣੇ, ਪਰ ਜੇ ਨਹੀਂ ਮੰਨਾਂਗੇ ਤੇ ਮੇਰੇ ਮਾਲਕ ਕਹਿੰਦੇ ਮੂਰਖਾਂ ਦੇ ਮੂਰਖ ਨੇ। ਵੀ ਰਾਹ ਵੀ ਪਤਾ ਹੈ, ਗੁਰੂ ਨੇ ਤੇ ਕੋਈ ਕਸਰ ਨਹੀਂ ਛੱਡੀ। ਗੁਰੂ ਨੇ ਤੇ ਆਪਣੇ ਪੁੱਤਰਾਂ ਨੂੰ ਪਾਸੇ ਕਰਕੇ ਤੇ ਯਾਤਰਾਵਾਂ ਕੀਤੀਆਂ ਤਾਂ ਕਿ ਨਾਮ ਪਹੁੰਚ ਜਾਏ ਸਭ ਥਾਂ ਤੱਕ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿੰਨੀਆਂ ਯਾਤਰਾਵਾਂ ਕੀਤੀਆਂ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਤੱਤੀ ਤਵੀ ਤੇ ਬੈਠਣਾ ਤੇ ਪ੍ਰਵਾਨ ਕਰ ਲਿਆ, ਪਰ ਆਹ ਨਾਮ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਇਹਦੇ ਵਿੱਚ ਕੋਈ ਮਿਲਾਵਟ ਨਾ ਹੋ ਸਕੇ, ਕਿਉਂਕਿ ਇਹ ਨਾਮ ਹੈ, ਇਹਦੇ ਰਾਹੀਂ ਸਿਆਣਾ ਬਣਨਾ ਸਭ ਨੇ। ਮੇਰੇ ਮਾਲਕ ਨੇ ਸਾਨੂੰ ਬਖਸ਼ਿਸ਼ ਕੀਤੀ। ਹੁਣ ਗੁਰੂ ਨੇ ਤੇ ਨਾਮ ਦਿੱਤਾ ਨਾ, ਅਸੀਂ ਸੁਣਿਆ ਵੀ ਹੈ, ਅਸੀਂ ਨਾ ਦੀਵਾਨਾਂ ਵਿੱਚ ਵਿਚਾਰਿਆ ਵੀ ਹੈ, ਪਰ ਜੇ ਮੰਨਿਆ ਨਹੀਂ ਨਾ ਅਸੀਂ, ਫਿਰ ਮੇਰੇ ਮਾਲਕ ਕਹਿਣ ਲੱਗੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ। ਆ ਇਤਿਹਾਸ ਦਾ ਇੱਕ ਪੰਨਾ ਮੇਰੇ ਸਾਹਮਣੇ ਆ ਕੇ ਖੜੋ ਗਿਆ ਤਾਂ ਕਿ ਸਮਝ ਲਈਏ ਸਿਆਣੇ ਕੌਣ ਨੇ। ਭਾਈ ਲਹਿਣਾ ਜੀ ਦੁਕਾਨਦਾਰ ਨੇ। ਕਰਿਆਨੇ ਦੀ ਜਿਵੇਂ ਅੱਜ ਕੱਲ੍ਹ ਦੁਕਾਨ ਹੁੰਦੀ ਹੈ ਨਾ, ਉਵੇਂ ਦੀ ਉਹਨਾਂ ਦੀ ਇੱਕ ਦੁਕਾਨ ਹੈ। ਉਸ ਦੁਕਾਨ ਦੇ ਉੱਤੇ, ਕਿਉਂਕਿ ਬਿਰਦੀ ਧਰਤੀ ਆ, ਬੜੀ ਇਮਾਨਦਾਰੀ ਦੇ ਨਾਲ ਕੰਮ ਕਰਦੇ ਨੇ। ਉੱਥੇ ਇੱਕ ਸੌਦਾ ਲੈਣ ਵਾਸਤੇ ਆਉਂਦਾ ਹਰ ਰੋਜ਼, ਪਰ ਉਹਦੇ ਹਾਲਾਤ ਐਸੇ ਨੇ, ਆਰਥਿਕ ਪੱਖ ਕਮਜ਼ੋਰ। ਰੋਜ਼ ਅੱਜ ਦੀ ਭਾਸ਼ਾ ਵਿੱਚ ਮੈਂ ਗੱਲ ਕਰਾਂ ਵੀ ਜਿਵੇਂ 1-2 ਪੈਸੇ ਲੈ ਕੇ ਬੰਦਾ ਪਹੁੰਚ ਜਾਏ, ਵੀ ਥੋੜੀ ਜਿਹੀ ਦਾਲ ਦੇ ਦਿਓ, ਥੋੜਾ ਜਿਹਾ ਆਟਾ ਦੇ ਦਿਓ। ਭਾਈ ਲਹਿਣਾ ਜੀ ਨੂੰ ਪਤਾ ਹੈ ਵੀ ਰੋਜ਼ ਆਉਂਦੇ ਨੇ, ਰੋਜ਼ ਲੈ ਕੇ ਆਉਂਦੇ ਨੇ, 1-2 ਸਮੇਂ ਦਾ ਹੀ ਬਸ ਪ੍ਰਸ਼ਾਦਾ ਬਣ ਸਕਦਾ, ਇਹਦੇ ਨਾਲ ਹੋਰ ਤਾਂ ਜ਼ਿਆਦਾ ਨਹੀਂ ਹੈ। ਇਸ ਕਰਕੇ ਉਹ ਦੁਕਾਨ ਨਹੀਂ ਸੀ ਬੰਦ ਕਰਿਆ ਕਰਦੇ ਜਦ ਤੱਕ ਉਹ ਸੌਦਾ ਨਾ ਲੈ ਜਾਏ, ਵੀ ਕਿਤੇ ਐਸਾ ਨਾ ਹੋਵੇ ਮੈਂ ਦੁਕਾਨ ਬੰਦ ਕਰ ਦੇਵਾਂ, ਕੱਲ ਵਾਲਾ ਤਾਂ ਮੁੱਕ ਗਿਆ ਹੋਣਾ। ਇਸ ਕਰਕੇ ਉਹ ਉਡੀਕਦੇ ਸਨ। ਇੱਕ ਦਿਨ ਕਾਫੀ ਦਿਨ ਦੁਕਾਨ ਤੇ ਬੈਠੇ ਰਹੇ, ਆਏ। ਮਨ ਨੇ ਕਿਹਾ ਗਏ ਤੇ ਸੀ, ਸਵੇਰੇ ਮੈਂ ਵੇਖਿਆ ਜਾਂਦਿਆਂ, ਆਉਂਦਿਆਂ ਨਹੀਂ ਵੇਖਿਆ, ਮੈਂ ਹੋਰ ਦੇਰ ਬੈਠ ਜਾਵਾਂ। ਖੈਰ ਸਫਲਤਾ ਪ੍ਰਾਪਤ ਹੋਈ, ਦੇਖਿਆ ਸਾਹਮਣੇ ਤੁਰੇ ਆਉਂਦੇ ਨੇ, ਮਨ ਨੂੰ ਤਸੱਲੀ ਹੋਈ, ਸ਼ੁਕਰ ਹੈ ਮੈਂ ਗਿਆ ਨਹੀਂ ਤੇ ਅੱਜ ਸੌਦਾ ਨਹੀਂ ਸੀ ਇਹਦੇ ਘਰ ਪਹੁੰਚਣਾ। ਆਉਣ ਵਾਲਾ ਉਹਦੇ ਬੁੱਲ ਵੀ ਹਿਲਦੇ ਆ, ਮਸਤ ਚਾਲ ਹੈ ਉਸਦੀ ਉਸੇ ਢੰਗ ਨਾਲ, ਪਰ ਅੱਜ ਦੁਕਾਨ ਤੇ ਖੜੇ ਹੀ ਨਹੀਂ ਹੋਏ, ਅੱਗੋਂ ਨਿਕਲ ਗਏ। ਭਾਈ ਲਹਿਣਾ ਜੀ ਨੇ ਸੋਚਿਆ ਕਿ ਚਲੋ ਨਹੀਂ ਚਾਹੀਦਾ ਹੋਏਗਾ, ਮੈਂ ਤੇ ਆਪਣਾ ਫਰਜ਼ ਨਿਭਾਇਆ ਨਾ, ਦੁਕਾਨ ਬੰਦ ਕੀਤੀ, ਘਰ ਨੂੰ ਆ ਗਏ। ਦੂਸਰਾ ਦਿਨ ਹੋਇਆ, ਫਿਰ ਇਹੋ ਜਿਹੇ ਹਾਲਾਤ, ਕਾਫੀ ਲੰਮਾ ਸਮਾਂ ਉਡੀਕਿਆ। ਉਹ ਉਸੇ ਢੰਗ ਨਾਲ ਆਉਂਦੇ ਨੇ, ਬੜੇ ਮਸਤ ਚਾਲ, ਬੁੱਲ ਹਿਲਦੇ ਨੇ। ਅੱਜ ਵੀ ਬਸ ਦੂਰੋਂ ਹੀ ਜਿਵੇਂ ਫਤਿਹ ਬੁਲਾਈ ਦੀ ਅੱਜ ਕੱਲ੍ਹ ਦੀ ਭਾਸ਼ਾ ਚ ਕਵਾਂ ਤੇ ਅੱਗੇ ਨਿਕਲ ਗਏ, ਪਰ ਅੱਜ ਸੌਦਾ ਲੈਣ ਵਾਸਤੇ ਰੁਕੇ ਨੇ। ਦੁਕਾਨਦਾਰ ਦਾ ਇੱਕ ਸੁਭਾਅ ਹੋਇਆ ਕਰਦਾ ਹੈ ਵੀ ਕਿਤੇ ਮੇਰਾ ਗ੍ਰਾਹਕ ਤੇ ਨਹੀਂ ਟੁੱਟ ਗਿਆ।
उन्होंने हथ वेखे नहीं, हथ में कुछ भी नहीं है। ਇਹਦਾ मतलब कुछ लैके नहीं आए। मैं नाले कदे घटिया समान दिंदा ही नहीं, मैं घट तोलदा ही नहीं, मैं वध रेट लाउंदा ही नहीं, मेरा फिक्का बोल भी नहीं है। इस करके ये गल ते नहीं हो सकती भी गाह किते होर चले जाए। चलो कोई गल नहीं, नहीं चाहिदा होएगा। खैर 2-3 दिन ये काम चलता रहा। अज फिर उही शख्सियत दुकान ते पहुंची है, उन्हें उही 1-2 पैसे अगे रखे हैं कि थोड़ी जी दाल, थोड़ा जा आटा दे दे। भाई लैणा जी समान तोलते ना सोचते भी ये 2-3 दिन आए क्यों नहीं। अचानक मन विच ख्याल आया ते तड़प उठे, लैणिया तू अपने आप को धर्मी खवाउना है, ये गल तेनू पहला आनी चाहिए इस ध्यान विच। ये ते रोज दिहाड़ीदार है, ये रोज काम करता है, तां इहदे कोल थोड़े बहुत पैसे आउंदे ने। आ समा कैसा है, हनेरी है, झक्खड़ है, मीह है, इहो जे समय विच लगदा इहनूं दिहाड़ी होनी मिली नहीं, इहदे कोल पैसे आए ही नहीं, जिस करके सौदा लैण नहीं आया। तां ही देरी नाल आउंदा सी भी शायद बाद चों मिल जाए। अंदरला तड़प उठिया, इहदा मतलब 2-3 दिनां तों इहदे घर कुछ बणिया ही नहीं, ਇਹਦਾ सारा टब्बर भुखा ही बैठा है। उन्होंने दाल भी वध पा दी, उन्होंने आटा भी वध पा दिता, भी रज के खा लेंगे। ये शख्सियत सी भाई साहब भाई शीहा जी। जिवें ही अगे रखे ना पदार्थ, भाई शीहा जी ने चुके ते चुक के रख लगे। कहन लगे मैनू कोई भी काम मिल जाए ना मैं कर लेना, मैं लोगों का भार भी चुक लेना। इस करके मेरे हाथों में थोड़ा जिहा अभ्यास है, पता लग जाता भी किन्नी की चीज कोई भारी है। मैं उस ही हिसाब से अपना मेहनत ले लेना भी अज मैनूं लगदा तुहाडे कोल गलती हो गई, अज आटा भी वध है, अज दाल भी वध है। भाई लैणा जी मूँह वेखदे उन्हां दा भी ऐसे ते बड़े आए जिहड़े कहंदे थोड़ा वध पा दे। आ पहली बारी है जिहड़ा कहंदा भी तुसीं आटा वध पा दिता, दाल वध पा दिती। अखां भरियां होईयां सन, की कहंदे भी मैं किस क्यों पाई है। इशारा कीता भी कोई गल नहीं। भाई शीहा जी कहन लगे नहीं नहीं तुहानूं नहीं पता, गल ते बहुत वड्डी है। मैं ते नाम मनण वाला है, मैं ते बाबा नानक दा हुक्म मनण वाला है। मेरे बाबे ने मैनूं कहा सी धर्म दी किरत करनी, मेरे बाबे ने कहा सी वंड के छकना, मेरे बाबे ने कहा सी नाम जपना। मैं धर्म की किरते जीवन वाला है, मैं बाबे नानक की रहमत ते रब की रहमत ते जीण वाला है, मैं किसी बंदे की रहमत ते जीण वाला नहीं। तुस अपने वालों लाई दिया विचों कढ लो। कहण विच इन्ना प्रभाव सी, भाई लैणा जी ने अपने वालों लाया समान कढ लिया। भाई शीहा जी लै गए, पर इधर खलबली मची हुई है। इहो जिहे भी इंसान होंदे जो वध चीज लैके राजी ने। बाबे नानक की गल करते हैं। अज मां ने कहा मैं हुण अपने घर नहीं जाना, मैं हुण इहदे घर जाना, इहनूं पुछांगा भी बाबा नानक है कित्थे है। मैं भी इहो जिहा होना चाहुंदा। इतिहास कहंदा है दुकान बंद करदिआं तक, उन्हां दे घर पहुंचदिआं तक भाई शीहा दी घरवाली ने दाल बना लई सी ते 2 ਜਾਂ 3 प्रशादे इतिहासकारां ने कईयां ने लिखे ने बने सन। भाई लैणा जी पहुंचे तो जिवें अक्सर कई बारी या झील चों पता लगता भी प्रशादा छकने लगे ने, कदम रोक ले भी लैणिया ना किन्ने दिनां दे भुखे ने, इन्हां नूं खा लैण दे, बाद विच पुछ लई तूं। हुण रात दा समय, शांति दा समय, ध्यान भी उधर है, अंदरलियां गल्लां कन्नां च पै गईआं। भाई शीहा जी की घर वाली कहन लगी बड़ी मौज बनी रही भाई, चूल्हा बाले ही नहीं, पांडे जूठे होए नहीं, मंगने नहीं पे। मैं ते राणियां वांगू रही हां, पर तुसीं ते रोज जांदे सी ना। 3 प्रशादे 2 तुसीं छको, 1 मैं छक सकिया। अगे भाई शीहा जी कहन लगे ना, जे मां दा ढिड भुखा होवे,
ਬੱਚੇ ਨਹੀਂ ਰਜਦੇ। ਤੁਸੀਂ ਦੋ ਲਓ, ਮੈਂ ਇੱਕ ਖਾਣਾ। ਭਾਈ ਲਹਿਣਾ ਜੀ ਬਾਹਰ ਖੜੇ ਹੋਏ ਆਪਣੇ ਮਨ ਨਾਲ ਗੱਲਾਂ ਕਰਦੇ ਆ, ਸਵਰਗ ਤਾਂ ਆ ਹੈ ਘਰ, ਰੱਬ ਤੇ ਇਸ ਘਰ ਵਿੱਚ ਰਹਿੰਦਾ ਹੈ। ਕਿਹੋ ਜਿਹਾ ਵਾਤਾਵਰਨ ਹੈ, ਕਿੰਨਾ ਪਿਆਰ ਹੈ ਆਪਸ ਦੇ ਵਿੱਚ। ਵੀ 3 ਕੁ ਦਿਨਾਂ ਦੇ ਭੁੱਖੇ ਇਨਸਾਨ ਐਡਾ ਸ਼ੁਕਰ ਵੀ ਰਾਣੀਆਂ ਵਾਂਗੂ ਰਹੀ ਆ। ਇੰਨਾ ਪਿਆਰ ਆਪਸ ਵਿੱਚ ਕਿ ਮੇਰੇ ਨਾਲੋਂ ਵੱਧ ਮੇਰਾ ਸਾਥੀ ਛੱਕ ਲਵੇ। ਹਾਲੇ ਸੋਚਦੇ ਹੀ ਸਨ, ਇੱਕ ਇਨਸਾਨ ਤੇਜ਼ੀ ਨਾਲ ਆਉਂਦਾ ਹੈ, ਉਹ ਆ ਕੇ ਬਾਹਰ ਇੱਕ ਪੁਕਾਰ ਕਰਦਾ ਹੈ, ਭਾਈ ਭੁੱਖ ਲੱਗੀ ਹੈ, ਵੀ ਜੇ ਕੁਝ ਖਾਣ ਨੂੰ ਤੇ ਮੈਨੂੰ ਮਿਲ ਸਕਦਾ ਇਸ ਘਰ ਚੋਂ। ਭਾਈ ਸ਼ੀਹਾਂ ਜੀ ਕਹਿਣ ਲੱਗੇ, ਲੈ ਭਗਵਾਨ ਨੇ ਬਾਬਾ ਨਾਨਕ ਸਾਡੀ ਸਮੱਸਿਆ ਹੀ ਹੱਲ ਕਰ ਦਿੱਤੀ। 3 ਭੁੱਖੇ ਐ, 3 ਪ੍ਰਸ਼ਾਦੇ ਐ। ਬੜੇ ਪਿਆਰ ਨਾਲ ਉਹਨੂੰ ਬੁਲਾਇਆ ਤੇ ਸਤਿਕਾਰ ਨਾਲ ਬਿਠਾ ਕੇ ਇੱਕ ਪ੍ਰਸ਼ਾਦਾ ਉਹਦੇ ਅੱਗੇ ਰੱਖਿਆ, ਛਕੋ। ਉਹ ਵੀ ਬੜਾ ਭੁੱਖਾ ਸੀ ਖਾਣ ਵਾਲਾ। ਜਿੱਦਾਂ ਉਹਨੇ ਖਾਇਆ ਨਾ, ਪਤਾ ਲੱਗ ਗਿਆ ਵੀ ਇਹ ਸਾਡਾ ਭੁੱਖਾ ਹੈ। ਭਾਈ ਸ਼ੀਹਾਂ ਜੀ ਨੇ ਦੂਜਾ ਪ੍ਰਸ਼ਾਦਾ ਚੁੱਕਿਆ, ਉਹ ਵੀ ਉਹਦੀ ਪਲੇਟ ਚੱਕ ਦਿੱਤਾ, ਹੱਥ ਜੋੜੇ, ਛਕੋ। ਯਾਦ ਰੱਖਣਾ, ਇੱਕ ਭੁੱਖ ਜਿਹਨੇ ਸਹਾਰੀ ਹੋਵੇ ਨਾ, ਉਹੀ ਦੂਸਰੇ ਦੀ ਭੁੱਖ ਨੂੰ ਸਮਝ ਸਕਦਾ ਹੈ। ਸਾਨੂੰ ਥੋੜੀ ਨਾ ਪਤਾ ਭੁੱਖ ਕਿਹਨੂੰ ਕਹਿੰਦੇ ਹੈ। ਕਿਉਂ? ਆਪਣੇ ਡਸਟਬਿਨ ਵਿੱਚ ਜਾ ਕੇ ਦੇਖਣਾ, ਬਹੁਤ ਸਾਰੀਆਂ ਖਾਣ ਦੀਆਂ ਚੀਜ਼ਾਂ ਅਸੀਂ ਉਹ ਸੁੱਟੀਆਂ ਹੋਣੀਆਂ ਉਹਦੇ ਵਿੱਚ। ਆ ਆਟਾ ਖਰਾਬ ਹੋ ਗਿਆ, ਆ ਦਾਲ ਖਰਾਬ ਹੋ ਗਈ, ਆ ਬ੍ਰੈਡ ਖਰਾਬ ਹੋ ਗਈ, ਆ ਚੀਜ਼ ਅੱਧੀ ਵੇਸਟ ਹੋਈ ਪਈ ਹੈ, ਕਿਉਂਕਿ ਵਾਧੂ ਹੈ ਖਾਣ ਨੂੰ। ਉਹਨਾਂ ਨੂੰ ਪੁੱਛ ਕੇ ਵੇਖੋ, ਜਿਹੜੇ ਡਸਟਬਿਨ ਵਿੱਚ ਚੱਕ ਕੇ ਖਾਂਦੇ। ਲੋਕਾਂ ਦਾ ਡਸਟਬਿਨ ਫਰੋਲ ਕੇ ਵੀ ਇਹਦੇ ਵਿੱਚੋਂ ਮੈਂ ਕੁਝ ਖਾਣ ਨੂੰ ਮਿਲਦੇ। ਉਹਨਾਂ ਨੂੰ ਪਤਾ ਭੁੱਖ ਕੀ ਹੁੰਦੀ ਹੈ। ਹੁਣ ਜਦੋਂ ਦੂਜਾ ਪ੍ਰਸ਼ਾਦਾ ਰੱਖਿਆ ਨਾ, ਉਹ ਛਕਿਆ, ਉਹ ਵੀ ਅੱਖਾਂ ਨਾਲ ਦੇਖਦਾ, ਉਹ ਵੀ ਸਮਝ ਜਾਂਦਾ ਵੀ ਪਿਆਰ ਤੇ ਬਹੁਤ ਹੈ। ਪਰ ਇੱਥੇ ਵੀ ਪ੍ਰਸ਼ਾਦੇ 3 ਨਹੀਂ ਸੀ। ਉਹ ਆਪਣੇ ਨਾਲ ਗੱਲ ਕਰਦਾ, ਮੈਂ ਤੀਜਾ ਨਹੀਂ ਲੈਣ ਦੇਣਾ, ਮੈਂ ਤੀਜਾ ਨਹੀਂ ਲੈਣਾ। ਖੈਰ 2 ਪ੍ਰਸ਼ਾਦੇ ਛਕ ਕੇ ਸ਼ੁਕਰ ਕਰਦਾ ਹੈ, ਅਸੀਸਾਂ ਦਿੰਦਾ ਤੁਰ ਗਿਆ। ਅੱਧਾ ਪ੍ਰਸ਼ਾਦਾ ਦੋਹਾਂ ਮੀਆਂ ਬੀਬੀ ਨੇ ਛਕ ਕੇ ਸ਼ੁਕਰ ਕੀਤਾ। ਭਾਈ ਲਹਿਣਾ ਜੀ ਦੌੜ ਕੇ ਆ ਗਏ। ਜਦੋਂ ਅਰਦਾਸ ਕਰਦੇ ਸਨ, ਧੰਨ ਗੁਰੂ ਨਾਨਕ ਸਾਹਿਬ ਜੀਓ, ਬੜੀ ਰਹਿਮਤ ਕੀਤੀ, ਅੱਜ ਤੁਸੀਂ ਨਾਮ ਵੀ ਜਪਾਇਆ, ਅੱਜ ਹੀ ਧਰਮ ਦੀ ਕਿਰਤ ਵੀ ਬਖਸ਼ਿਸ਼ ਕੀਤੀ, ਤੇ ਆ ਵੰਡ ਕੇ ਛਕਣਾ ਰਹਿੰਦਾ ਸੀ। ਮੇਰੇ ਮਾਲਕ ਜੀਓ, ਆਪ ਹੀ ਰਹਿਮਤ ਕਰਕੇ ਤੁਸੀਂ ਵੰਡਾ ਕੇ ਛਕਵਾ ਲਿਆ ਸਾਡੇ ਕੋਲੋਂ। ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿਣ ਲੱਗੇ ਵੀ ਮੈਂ ਵੀ ਬਾਬੇ ਨਾਨਕ ਨੂੰ ਮਿਲਣਾ ਚਾਹੁੰਦਾ, ਤੁਸੀਂ ਦੱਸੋ ਕਿੱਥੋਂ। ਹੁਣ ਇਹ 3 ਚੀਜ਼ਾਂ ਤੇ ਸਾਨੂੰ ਵੀ ਪਤਾ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆ ਮੁੱਢਲਾ ਸੁਨੇਹਾ ਦਿੱਤਾ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇੱਕ ਪਾਸੇ ਭਾਈ ਸ਼ੀਹਾਂ ਜੀ, ਜਿਨ੍ਹਾਂ ਨੇ ਇਹ ਗੱਲ ਨੂੰ ਮੰਨਿਆ, ਉਹ ਮੂਰਖ ਨਹੀਂ ਹੈਗੇ। ਮੂਰਖ ਤੇ ਸਾਡੇ ਵਰਗੇ ਹੈ, ਜਿਨ੍ਹਾਂ ਨੂੰ ਪਤਾ ਵੀ ਹੈ ਇਸ ਗੱਲ ਦਾ, ਪਰ ਅਸੀਂ ਮੰਨਦੇ ਨਹੀਂ। ਅਸੀਂ ਤੇ ਭਰਾਵਾਂ ਦੇ ਹੱਕ ਵੀ ਖਾ ਜਾਂਦੇ ਹਾਂ, ਕਿਉਂਕਿ ਜ਼ਮੀਨ ਦੱਬ ਲੈਂਦੇ ਅਸੀਂ ਕਈ ਵਾਰੀ। ਅਸੀਂ ਵੰਡ ਕੇ ਛਕਣ ਦੀ ਥਾਂ ਉੱਤੇ ਸਾਡੀਆਂ ਤਿਜੋਰੀਆਂ ਭਰੀਆਂ ਹੋਣ, ਭਾਵੇਂ ਸਾਡਾ ਰਿਸ਼ਤੇਦਾਰ, ਸਾਡਾ ਗੁਆਂਢੀ ਕਲਪਦਾ ਹੋਵੇ ਮਾਇਆ ਕਰਕੇ, ਅਸੀਂ ਦੰਬੜੀ ਦੇ ਕੇ ਰਾਜੀ ਨਹੀਂ ਉਸ ਨੂੰ। ਪਹਿਲੇ ਕਿਉਂ ਸਾਡੇ ਕੋਲ ਤਾਂ ਹੈ ਹੀ ਕੁਛ ਨਹੀਂ। ਤੇ ਅਰਦਾਸ ਅਸੀਂ ਕੀ ਕਰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਚੇਤੇ ਰੱਖਣਾ। ਕਿਤੇ ਐਸਾ ਨਾ ਹੋਵੇ ਸਾਡੇ ਮੁਖ ਦੇ ਬੋਲ ਹੀ ਰਹਿ ਜਾਣ। ਮੇਰੇ ਮਾਲਕ ਕਹਿੰਦੇ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਢੇ ਕੱਚਿਆ। ਅਸੀਂ ਮੂੰਹ ਤੋਂ ਜੋ ਬੋਲਦੇ ਆ ਨਾ, ਉਹ ਜਿਹਾ ਕਿਰਦਾਰ ਸਾਡਾ ਬਣੇਗਾ ਹੀ ਤਾਂ ਜੇ ਅਸੀਂ ਗੁਰੂ ਕੇ ਬਚਨਾਂ ਨੂੰ ਮੰਨਾਂਗੇ। ਇਹਨੂੰ ਕਹਿੰਦੇ ਨਾਮ ਜਪਣਾ, ਇਹਨੂੰ ਕਹਿੰਦੇ ਨਾਮ ਮੰਨਣਾ। ਮੇਰੇ ਮਾਲਕ ਕਹਿੰਦੇ, ਆ ਤੈਨੂੰ ਦੱਸਾਂ ਮੂਰਖ ਕੌਣ ਹੈ। ਮੂਰਖ ਉਹ ਹੈ, ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾਹੀ ਨਾਉ, ਉਦੋਂ ਮਨ ਨੀਵੀਂ ਪਾ ਲੈਂਦਾ। ਉਹ ਭਲਿਆ, ਤੂੰ ਕਥਾ ਦੇ ਵਿੱਚ ਤੇ ਬਹੁਤ ਵਾਰੀ ਇਹ ਗੱਲਾਂ ਕਹੀਆਂ, ਪਰ ਤੂੰ ਆਪ ਹੀ ਥੋੜੀ ਨਾ ਇਹ ਸਭ ਕੁਝ ਕਰਦਾ ਹੈ। ਸਤਿਗੁਰੂ ਜੀ ਚੰਗੀ ਤਰ੍ਹਾਂ ਸਮਝਾਉਣ ਲੋਗੇ, ਕਹਿਣਗੇ ਇੱਕ ਬਚਨ ਹੋਰ ਸੁਣ, ਨਾਨਕ ਤੇ ਨਰ ਅਸਲ ਖਰ। ਖਰ ਕਿਹਨੂੰ ਕਹਿੰਦੇ ਆ ਜੀ? ਖੋਤੇ, ਗਧੇ। ਹੁਣ ਮਨੁੱਖਾ ਸਰੀਰ ਅਸੀਂ ਧਾਰਨ ਕੀਤਾ ਹੋਇਆ ਹੈ, ਪਰ ਮੇਰੇ ਮਾਲਕ ਕਹਿੰਦੇ ਇਸ ਮਨੁੱਖਾ ਸਰੀਰ ਵਿੱਚ ਵੀ ਕਈ ਅਸਲ ਗਧੇ ਬਣ ਕੇ ਰਹਿੰਦੇ। ਸੱਚੇ ਪਾਤਸ਼ਾਹ ਕਿਉਂ? ਵੈਸੇ ਵੀ ਜੇ ਕਿਸੇ ਨੂੰ ਮੂਰਖ ਕਹਿਣਾ ਹੋਵੇ ਨਾ, ਅਸੀਂ ਇਸੇ ਜਾਨਵਰ ਦੇ ਨਾਲ ਤਸ਼ਬੀਹ ਦਿੰਦੇ ਹਾਂ। ਅਸੀਂ ਜੀਵਨ ਕਿਤੇ ਇਸ ਢੰਗ ਦੇ ਨਾਲ ਤੇ ਨਹੀਂ ਜੀ ਰਹੇ।
सतगुरु कहन लगे, नानक ते नर असल खर, जे बिन गुण गर्भ करंत। जिन्हां कोल गुण कुछ भी नहीं, हंकार शिखरां दा, गुण कुछ भी नहीं पर अहंकार इन्ना ज्यादा है। हजूर कहने लगे असल मूर्ख वो हन। हुण अपने अंदर असी झात मार के वेखीए भी असंख मूर्ख अंध घोर जे ते साडे विच लभ है, लोभ है, अहंकार है, असी गुरु की गल सुन के मनदे नहीं, साडे विच गुण कोई नहीं पर हंकार शिखरां दा है। ते चेते रखना सानू मनना पैना, ये डिग्री साडे वास्ते ही है मूर्खां दी। असी इस जीवन विच मूर्खां वांगू नहीं जीना। सतगुर कहन लगे समझो इस गल नूं, असंख मूर्ख अंध घोर। पर मन जिहड़ा है वो बड़ा चलाक है। वो कहने लगा सच्चे पातशाह उत्थे तो मैं सोचा सी जप विच भी मेरा नाम है, पूजा विच भी मेरा नाम है, मैं ग्रंथ का पाठ भी करदा है, मैं प्यार नाल भी बोलदा है, उधर वोटां ज्यादा है। ठीक है मैं मूर्ख हाँ पर सच्चे पातशाह मैं चोर नहीं है, मैं तो काम करदा। साडे विच कोई मनुख अपने आप नूं चोर ते कहंदा ही नहीं है। तुसीं वेखो मैं बड़ा हैरान हो जाना, कई बंदे मिलणगे जिहड़े कहणगे असीं ते इहो जिहे बिजनेसमैन आ, असीं तां मिट्टी भी वेच दी है, इहो जिहियां गल्लां करनगे पर चोर नहीं कहणगे अपने आप नूं कदे। 5 रुपयां दी चीज 100 दी वेच देण बिजनेसमैन कहणगे अपने आप नूं, चोर नहीं कहणगे। असी नहीं चोर मनते अपने आप को। ते सतगुरु जी कहन लगे भलिया मैं इहो जी चोरां दी गल भी नहीं कीती। ये तो चोरी कई बार हालात करके मनुख कर जांदा है। बच्चे नूं समझ नहीं आई, मां तड़प रही है भुख दे नाल, दवाई भी हैगी है, डॉक्टर ने कहा भी कुछ खवा के देनी है, हुण बच्चे कोल ना कुछ खवाण नूं कुछ ना कुछ, उन्हें वेख्या भी एक दुकान ते ब्रैड पई है, वो ब्रैड चुक के भज गया। लोगों ने फड़ लिया, लोगों ने चोरी किया। सतगुरु जी कहने लगे मैं इहो जिहे चोरां दी गल ही नहीं की, मैं तो वड्डे चोरां दी गल की है। सच्चे पातशाह तुसीं चोर किहनूं कहंदे हो? ध्यान देना, सतगुरु जी कहने लगे गुर सेव ना भाई से चोर चोर। जिन्हां नूं गुरु दी सेवा ही नहीं चंगी लगदी वो चोर ने। हुण जे वेखना मैं चोर हैगा कि नहीं, अपने जीवन में ये वेखो कि मैनू गुरु की सेवा चंगी लगती है कि नहीं चंगी लगती। हुण गुरु की सेवा की है भला, ये भी सतगुरु जी को पुछ लिए। गुरु की सेवा, कहते गुरु की सेवा की है? शब्द विचार। शब्द नूं विचारना भी शब्द की कहता है वो मैं कर रहा कि नहीं कर रहा। तुसीं वेखो साडा बजुर्ग बैठा होवे, साडे वर्गा कोई कवे भी आ प्रसाद है, आ कपड़े पे हुए हैं, आ पानी का जग है, ते आ नौकर खड़ा होया, तुहानू कोई भी चीज चाहिए तुसीं इहनूं आवाज मार लियो, मैं पूरा इंतजाम कर दिता, मैनू ना आवाज़ां मारी जाए, मेरे को नहीं समा हैगा तुहाडे कोल बैठण दा। हुण अपने आप तो कहेगा कि मैं ते बड़े राजियां वांगू रखिया जी अपने मापियां नूं, मैं नौकर भी दिता है, खाण पीण दे पदार्थ भी दिते ने, हाँ मैं कोल नहीं बहिंदा, मैं उन्हां दी गल नहीं सुणदा कोई भी। हुण दसो ये मापियां दा सत्कार है, सेवा है की है? मां ते की भलिया तू भावें मैनू पानी 2 दिनों बाद ही दे दिया कर, तू भावें मैनू प्रसादा एक टाइम ही दे दिया कर, पर 2 घड़ी मेरे कोल बह जाया कर, भावें कुछ किया ही ना कर, सुनिया ही ना कर, मैं तेरी शक्ल ही वेख लिया करांगी। हुण जिहड़ा मनुख बाहरी तौर ते बस करी जाए, अंदरों जुड़िया ना होवे, किवें कहांगे भी ये सेवा है? हजूर कहण लगे इसे तरीके